ਨਸ਼ਾ ਹੈ ਤੁਹਾਡੇ ਪਿੰਡ 'ਚ? ਨਸ਼ਾ ਹੈਗਾ ਤੇ ਬਹੁਤ ਜ਼ਿਆਦਾ, ਜਿੰਨੀ ਕੁ ਕਮਾਉਂਦੇ ਨੇ ਉਨੀ ਕੁ ਰਾਤ ਨੂੰ ਉਹਨਾਂ ਨੇ ਬਸ ਫਿਨਿਸ਼ ਕਰ ਦੇਣੀ ਹੈ। ਨਸ਼ੇ ਤੇ ਬਹੁਤ ਜ਼ਿਆਦਾ ਵਾ, ਨਸ਼ੇ ਤਾਂ ਬਹੁਤ ਇਹਦਾ ਕਦੇ ਹੱਲ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਸਰਕਾਰ ਤੋਂ? ਕੀਤੀ ਆ ਪਰ ਕੋਈ ਸੁਣਾਈ ਨਹੀਂ ਹੈਗੀ ਸਾਡੀ। ਕਿਸੇ ਦੀ ਭੈਣ ਰੋਂਦੀ ਹੈ, ਕਿਸੇ ਦੀ ਜਨਾਨੀ ਰੋਂਦੀ ਹੈ, ਕਿਸੇ ਦੀ ਮਾਂ ਰੋਂਦੀ ਹੈ। ਤਿੰਨ ਤਿੰਨ ਬੱਚੇ, ਚਾਰ ਚਾਰ ਬੱਚੇ ਆ ਜਿਹੜੇ ਮਤਲਬ ਕਿ ਛੋਟੇ ਛੋਟੇ ਆ ਨਾ, ਉਹੀ ਨਸ਼ਿਆਂ ਦੇ ਵਿੱਚ ਪੂਰੇ ਧਕੇਲੇ ਹੋਏ ਆ। ਕੱਖ ਨਹੀਂ ਜੀ ਮਿਲਦਾ, ਕੁਝ ਨਹੀਂ ਮਿਲਦਾ। ਵੋਟਾਂ 'ਚ ਮੇਰਾ ਪੁੱਤ ਮਰ ਗਿਆ ਨਿੱਕੇ ਨਿੱਕੇ ਜੀ ਛੱਡ ਕੇ, ਉਹ ਵੀ ਨਸ਼ੇ ਨਾਲ। ਅੱਛਾ, ਪੁੱਤਾ ਮਰ ਗਿਆ ਨਸ਼ੇ ਨਾਲ? ਪੁੱਤ ਮੇਰਾ ਪੁੱਤ ਮਰ ਗਿਆ। ਨਿੱਕੇ ਨਿੱਕੇ ਬੱਚੇ ਆ, ਨੋ ਵਿਚਾਰੀ ਕਰਕੇ ਖਾਂਦੀ ਆ। ਦੇਖੋ ਭੈਣ ਜੀ, ਤੁਸੀਂ ਜਿਵੇਂ ਮਾਤਾ ਦਾ ਸੁਣ ਹੀ ਲਿਆ, ਉਹਨਾਂ ਦੀ ਗੱਲ ਸੁਣ ਕੇ ਮੇਰਾ ਵੀ ਮਨ ਭਰ ਆਇਆ ਹੈ ਕਿ ਸਾਡਾ ਭਰਾ ਪਿੰਡ ਦਾ ਨਸ਼ੇ ਦੀ ਭੇਟ ਚੜ ਗਿਆ। ਇਹ ਮਾਤਾ ਇੱਕ ਆ ਜਾਂ ਭੈਣ ਜੀ ਹੋਣੀ ਨੇ, ਇੱਕ ਨਹੀਂ ਆ, ਇੱਥੇ ਹਜ਼ਾਰਾਂ ਬੰਦੇ ਨੇ। ਤਕਰੀਬਨ 150 ਦੇ ਕਰੀਬ ਬੰਦੇ ਐਸੇ ਜਿਹੜੇ ਨਸ਼ੇ ਦੇ ਲੋਤ ਦੇ ਵਿੱਚ HIV ਪੋਜ਼ਿਟਿਵ ਹੋ ਚੁੱਕੇ ਨੇ ਸਾਡੇ ਪਿੰਡ ਦੇ। ਜਦੋਂ ਤੁਸੀਂ ਸ਼ੂਟ ਕਰ ਰਹੇ ਥੇ ਉਤੋਂ ਨਸ਼ੇ ਵਾਲਾ ਬੰਦਾ ਨਿਕਲਿਆ ਹੈ, ਤੁਸੀਂ ਕੈਮਰੇ ਦੇ ਵਿੱਚ ਦਿਖਾ ਸਕਦੇ ਹੋ। ਸਰਕਾਰੀ ਹਸਪੀਟਲ ਦੇਖ ਸਕਦੇ ਹੋ ਤੁਸੀਂ, ਸਰਕਾਰੀ ਹਸਪੀਟਲ ਦੀ ਹਾਲਤ ਕਿਹੋ ਜੀ ਆ। ਰੋਡਾਂ ਦੀ ਹਾਲਤ ਦੇਖ ਸਕਦੇ ਹੋ ਤੁਸੀਂ, ਰੋਡਾਂ ਦੀ ਹਾਲਤ ਕਿਹੋ ਜੀ ਆ। ਹਾਂ, ਹੋ ਸਕਦਾ ਹੈ ਕਾਂਗਰਸ ਸਰਕਾਰ ਦੇ ਵਿੱਚ ਫਾਇਦਾ ਹੋਇਆ ਹੋਵੇ, ਮਗਰ ਕਿੰਨਾਂ ਨੂੰ? ਜਿਹੜੇ ਉਹਨਾਂ ਦੇ ਖਾਸ ਬੰਦੇ ਸੀ। ਬੀਬੀਆਂ ਨੂੰ ਹਜ਼ਾਰ ਰੁਪਏ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਦਊਂ 1000 ਰੁਪਇਆ, ਨਵਜੋਤ ਸਿੰਘ ਸਿੱਧੂ ਕਹਿੰਦੇ ਨਹੀਂ ਅਸੀਂ 10 ਕੁਛ ਨਹੀਂ ਹੈਗਾ, ਜਿੰਨਾ ਚਿਰ ਸਾਡੇ ਹੱਥਾਂ 'ਚ ਨਹੀਂ ਕੁਛ ਹੁੰਦਾ ਸਾਨੂੰ ਕੀ ਪਤਾ ਕੀ ਹਿਸਾਬ। ਪੈਂਦਾ ਸਾਡੇ ਲੈਂਡ ਬਾਲੇ ਚੋਂਦੇ ਆ ਇੱਧਰ ਸਾਰੇ। ਹਾਂਜੀ, ਸਾਡੇ ਕੋਠਾ ਵੀ ਚੋਂਦਾ, ਕੋਠਾ ਸਾਰਾ ਚੁੰਦਾ ਵਾ। ਕਹਿੰਦੇ ਆ ਲੈਂਟਰ ਦੇ ਫਾਰਮ ਭਰੋ, ਕੋਈ ਪੈਸੇ ਨਹੀਂ ਹੁੰਦੇ ਸਾਡੇ ਕੋਲ, ਕੋਈ ਨਹੀਂ ਸਹੂਲਤ ਮਿਲਦੀ ਸਾਨੂੰ। 35 ਸਾਲ ਹੋ ਗਏ ਵੋਟਾਂ ਪਾਉਣ, ਕਿਸੇ ਸਰਕਾਰ ਨੇ ਮੇਰਾ ਕਮਰਾ ਵੇਖੋ ਜਾ ਕੇ ਡਿੱਗਣ ਵਾਲਾ ਕਿਸੇ ਨਹੀਂ ਸੁਣਦਾ। ਆ ਦਿੰਦੇ ਅੱਜ ਆ ਜਾਂਦਾ, ਕੱਲ ਨੂੰ ਪੈ ਜਾਂਦੇ ਪੈਸੇ, ਪਰਸੋਂ ਨੂੰ ਕੋਈ ਜਿਸ ਤਰ੍ਹਾਂ ਟੀਚਰਾਂ ਹੀ ਸਾਨੂੰ ਕਰਦੇ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਚੋਣਾਂ ਦਾ ਦੰਗਲ ਭਖ ਚੁੱਕਿਆ ਤੇ ਨਾਲ ਦੀ ਨਾਲ ਲੋਕਾਂ ਦੇ ਦਰਵਾਜ਼ਿਆਂ ਤੇ ਹੁਣ ਉਹਨਾਂ ਲੋਕਾਂ ਦੀ ਦਸਤਕ ਹੋਊਗੀ ਜਿਹੜੇ ਲੋਕਾਂ ਨੂੰ 4 ਤੋਂ 5 ਸਾਲ ਲਗਾਤਾਰ ਸੁੱਤਿਆਂ ਨੂੰ ਹੋ ਚੁੱਕੇ ਹੁੰਦੇ ਨੇ ਤੇ ਉਹ 5 ਸਾਲ ਲੋਕ ਆਪਣਾ ਚਿਹਰਾ ਤੱਕ ਇਹਨਾਂ ਲੋਕਾਂ ਨੂੰ ਨਹੀਂ ਦਿਖਾਉਂਦੇ ਜਿਨ੍ਹਾਂ ਲੋਕਾਂ ਤੋਂ ਵੋਟਾਂ ਲੈ ਕੇ ਉਹ ਸੱਤਾ ਦੀ ਕੁਰਸੀ ਉੱਤੇ ਕਾਬਜ਼ ਹੋਏ ਹੁੰਦੇ ਨੇ। ਸੋ ਉਹਨਾਂ ਸਾਰਿਆਂ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੀ, ਪਹਿਲਾਂ ਜਿਹੜੇ ਲੋਕ ਸੱਤਾ ਦੇ ਵਿੱਚ ਸੀ ਉਹਨਾਂ ਦੀ ਕਾਰਗੁਜ਼ਾਰੀ ਕੀ ਰਹੀ ਤੇ ਇਹਨਾਂ ਪੰਜਾਬੀਆਂ ਦੇ ਪੱਲੇ 75 ਸਾਲਾਂ ਦੇ ਵਿੱਚ ਸਾਡੇ ਰਾਜਨੇਤਾਵਾਂ ਨੇ ਕੀ ਪਾਇਆ, ਉਹ ਸਾਰਾ ਕੁਝ ਜਾਣਨ ਦੇ ਲਈ ਇਸ ਵੇਲੇ ਪਿੰਡਾਂ ਦਾ ਦੌਰਾ ਕਰ ਰਹੀ ਹਾਂ। ਮਾਝੇ ਏਰੀਏ ਦੇ ਵਿੱਚ ਮੌਜੂਦ ਹਾਂ ਔਰ ਇੱਥੇ ਸਿਆਸਤ ਪੂਰੇ ਤਰੀਕੇ ਨਾਲ ਭਖੀ ਹੋਈ ਹੈ। ਕੁਝ ਨੂੰ ਟਿਕਟ ਦੇ ਦਿੱਤੀ ਗਈ ਹੈ ਔਰ ਕੁਝ ਦੇ ਸਾਹਮਣੇ ਅਜੇ ਤੱਕ ਕੋਈ ਉਮੀਦਵਾਰ ਜਿਹੜਾ ਐਲਾਨਿਆ ਨਹੀਂ ਗਿਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਗੁਰਵਾਲੀ ਪਿੰਡ ਦੇ ਵਿੱਚ ਇਸ ਵੇਲੇ ਮੈਂ ਘੁੰਮ ਰਹੀ ਹਾਂ ਔਰ ਦੇਖ ਰਹੀ ਹਾਂ ਕਿ ਪਿੰਡ ਦਾ ਵਿਕਾਸ ਕਿਸ ਤਰ੍ਹਾਂ ਦਾ ਹੋਇਆ, ਕਿਸ ਤਰ੍ਹਾਂ ਦਾ ਨਹੀਂ। ਸੋ ਇਸ ਪਿੰਡ ਦੇ ਲੋਕਾਂ ਦੀ ਦੁਬਾਰਾ ਡਿਮਾਂਡ ਦੇ ਉੱਤੇ ਮੈਨੂੰ ਇੱਕ ਹੋਰ ਜਿਹੜਾ ਸੱਥ ਪੰਜਾਬ ਜਿਹੜਾ ਪ੍ਰੋਗਰਾਮ ਇੱਥੇ ਸ਼ੂਟ ਕਰਨ ਦੀ ਜ਼ਰੂਰਤ ਮਹਿਸੂਸ ਹੋਈ, ਕਿਉਂਕਿ ਇਹ ਪਿੰਡ ਦੇ ਲੋਕ ਜਿਹੜੇ ਆ ਆਪਣੀਆਂ ਗਲੀਆਂ ਨਾਲੀਆਂ ਦੇ ਦਰਸ਼ਨ ਕਰਵਾ ਰਹੇ ਨੇ, ਆਪਣੇ ਸੁਵਿਧਾ ਸੈਂਟਰ ਦੇ ਦਰਸ਼ਨ ਕਰਵਾ ਰਹੇ ਨੇ ਕਿ ਕਿਸ ਤਰ੍ਹਾਂ ਦਾ ਸੁਵਿਧਾ ਸੈਂਟਰ ਆ, ਕਿਸ ਤਰ੍ਹਾਂ ਦਾ ਸਰਕਾਰੀ ਹਸਪੀਟਲ ਆ ਔਰ ਕਿਸ ਤਰ੍ਹਾਂ ਦਾ ਜਿਹੜਾ ਪਾਣੀ ਲੋਕਾਂ ਨੂੰ ਸਾਫ਼ ਪੀਣ ਲਈ ਮੁਹੱਈਆ ਕਰਾਉਣਾ ਹੁੰਦਾ, ਉਹਨਾਂ ਸਾਰੀਆਂ ਚੀਜ਼ਾਂ ਦੇ ਹਾਲਾਤ ਕੀ ਆ। ਹਰ ਜਗ੍ਹਾ ਤੇ ਵੱਡੇ ਵੱਡੇ ਕੂੜੇ ਦੇ ਢੇਰ ਨੇ। ਸੁਵਿਧਾ ਸੈਂਟਰ ਦੇ ਬਾਹਰ ਦਰਵਾਜ਼ੇ ਤੇ ਅੱਗੇ ਪਿੱਛੇ ਤੁਸੀਂ ਤਸਵੀਰਾਂ ਰਾਹੀਂ ਦੇਖਿਆ ਕਿ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਨੇ। ਸੋ ਇਹ ਲੋਕ ਆਪਣੀ ਜ਼ੁਬਾਨੀ ਦੱਸਣਗੇ ਕਿ ਇਹਨਾਂ ਦੇ ਪਿੰਡ ਦੇ ਵਿੱਚ ਤਰੱਕੀ ਦਾ ਕੀ ਹਾਲ ਹੈ ਔਰ ਇਹਨਾਂ ਦੇ ਪਿੰਡ ਦੇ ਵਿੱਚ ਵੋਟਾਂ ਮੰਗਣ ਦੇ ਲਈ ਕੋਈ ਵੀ ਪਾਰਟੀ ਅਗਰ ਆਉਂਦੀ ਹੈ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਲੈ ਕੇ ਆਉਣੇ ਹੋਣਗੇ, ਜਿਹੜੇ ਇਹ ਸਵਾਲ ਇੱਥੋਂ ਦੀਆਂ ਮਾਵਾਂ, ਇੱਥੋਂ ਦੇ ਮਰਦ ਜਿਹੜੇ ਆ ਪੁੱਛਣਗੇ। ਸਤਿ ਸ਼੍ਰੀ ਅਕਾਲ ਮਾਂ, ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਹੂਲਤਾਂ ਤੁਹਾਡੇ? ਸਹੂਲਤ ਕੋਈ ਪਿੰਡ 'ਚ ਬਾਰਿਸ਼ ਹੁੰਦੀ ਹੈ ਨਾਲੀ ਭਰ ਜਾਂਦੀ ਹੈ, ਅੰਦਰ ਸਾਡੇ ਪਾਣੀ ਜਾਂਦਾ ਵਾ ਸਾਰੇ। ਸਹੂਲਤ ਨਹੀਂ ਹੈਗੀ ਕੋਈ ਵੀ, ਮਹਿੰਗਾਈ ਵੀ ਬਹੁਤ ਜ਼ਿਆਦਾ। ਹਾਂਜੀ ਮਾਂ ਨਸ਼ੇ ਇੱਥੇ ਮੈਂ ਸੁਣਿਆ ਇੱਕ ਮਾਂ ਪਿਛਲੇ ਪ੍ਰੋਗਰਾਮ 'ਚ ਰੋਣ ਲੱਗ ਪਏ ਕਿ ਮੈਨੂੰ ਰੋਟੀ ਵੀ ਅੱਧੀ ਨਸੀਬ ਆ ਨਾ ਕਰਨੇ ਵਿਕਾਸ ਜਿਹੜੇ ਆ, ਤੇ ਪਰ ਉਹ ਕਹਿੰਦੇ ਸੀ ਵੀ ਨਸ਼ਾ ਜਿਹੜਾ ਬੰਦ ਹੋਣਾ ਚਾਹੀਦਾ। ਨਸ਼ਾ ਹੈ ਤੁਹਾਡੇ ਪਿੰਡ 'ਚ? ਨਸ਼ਾ ਹੈਗਾ ਤੇ ਬਹੁਤ ਜ਼ਿਆਦਾ, ਜਿੰਨੀ ਕੁ ਕਮਾਉਂਦੇ ਨੇ ਉਨੀ ਕੁ ਰਾਤ ਨੂੰ ਉਹਨਾਂ ਨੇ ਬਸ ਫਿਨਿਸ਼ ਕਰ ਦੇਣੀ ਹੈ। ਕਮਾਈ ਜਿੰਨੀ ਕੁ ਆ, ਜਿੰਨੀ ਲਿਆਉਣੀ ਦਿਹਾੜੀ ਦਾ ਪਾਈ ਬਸ ਸਾਰੇ ਕਰਦੇ ਆ ਤੇ ਜਿੰਨੀ ਵੀ ਲਿਆਉਣੀ ਉਹਨਾਂ ਨੇ ਸਾਰੇ ਨਸ਼ਿਆਂ ਰਾਹੀਂ ਗਵਾ ਦੇ। ਬਣਾਉਂਦੇ ਕੁਛ ਨਹੀਂ ਇੱਥੇ ਤੇ ਮਹਿੰਗਾਈ ਬਹੁਤ ਜ਼ਿਆਦਾ, ਜਿੰਨੇ ਘਰ ਚਲਾਉਣਾ ਉਹਨੂੰ ਪਤਾ ਵਾ ਕੀ ਹਾਲ ਆ।
ਬਾਕੀ ਕਿਸੇ ਨੂੰ ਨਹੀਂ ਪਤਾ ਵੀ ਸਾਰੇ ਬੰਦੇ ਵੀ ਕੰਮ ਤੇ ਚਲੇ ਜਾਂਦੇ, ਬੱਚੇ ਵੀ ਕਰ ਜਾਂਦੇ। ਜਿਹੜੀ ਬੁੱਢੀ ਨੇ ਘਰ ਚਲਾਉਣਾ ਉਹਨੂੰ ਸਾਰਿਆਂ ਦਾ ਪਤਾ। ਕਿੰਨੀ ਮਹਿੰਗਾਈ ਬਹੁਤ ਜ਼ਿਆਦੀ ਆ। 1000 ਰੁਪਏ ਲੈ ਕੇ ਜੋ ਇੰਨਾ ਕੁ ਜਿੰਨਾ ਸੌਦਾ ਹੁੰਦਾ ਵਾ, ਕੁਛ ਘਰ ਨਹੀਂ ਚੱਲਦਾ, ਹਫਤਾ ਨਹੀਂ ਲੰਘਦਾ। ਹੁਣ ਜਿਹੜੇ ਰਾਜਨੇਤਾ ਜਿਹੜੇ ਆ ਉਹ ਕਹਿ ਰਹੇ ਆ ਕਿ ਅਸੀਂ ਬੀਬੀਆਂ ਨੂੰ 1000 ਰੁਪਏ, ਕੇਜਰੀਵਾਲ ਸਾਹਿਬ ਕਹਿੰਦੇ ਮੈਂ ਦਊਂ 1000 ਰੁਪਇਆ, ਨਵਜੋਤ ਸਿੰਘ ਸਿੱਧੂ ਕਹਿੰਦੇ ਨਹੀਂ ਅਸੀਂ 10 ਵਿਸ਼ਵਾਸ ਨਹੀਂ ਹੈਗਾ। ਜਿੰਨਾ ਚਿਰ ਸਾਡੇ ਹੱਥਾਂ 'ਚ ਨਹੀਂ ਕੁਛ ਹੁੰਦਾ, ਸਾਨੂੰ ਕੀ ਪਤਾ ਕੀ ਹਿਸਾਬ ਆ। ਇਸ ਉਮੀਦ 'ਚ ਤੁਸੀਂ ਵੋਟ ਦੇਣ ਦੀ ਕੋਸ਼ਿਸ਼ ਕਰੋਗੇ? ਉਹ ਵੋਟ ਮੰਗ ਰਹੇ ਹੋ, ਕਹਿੰਦੇ ਪਹਿਲਾਂ ਸਾਨੂੰ ਜਿਤਾਓ, ਅਸੀਂ ਫਿਰ ਨਹੀਂ ਪਹਿਲਾਂ ਦੇਣ, ਪਤਾ ਹੋਵੇ, ਸਬੂਤ ਹੋਵੇ ਵੀ ਇਹਨਾਂ ਨੇ ਸਾਡੀ ਗੱਲ ਕੋਈ ਸੁਣੀ ਆ। ਪਹਿਲਾਂ ਹੋਣਾ ਚਾਹੀਦਾ, ਜੋ ਵੀ ਆ ਨਾ ਪਹਿਲਾਂ ਹੋਣਾ ਚਾਹੀਦਾ, ਬਾਅਦ 'ਚ ਕੋਈ ਨਹੀਂ ਪੁੱਛਦਾ ਹੈਗਾ। ਜਿਹੜੀ ਭੈਣੇ ਕਿਉਂ ਹਰ ਵਾਰੀ ਹਰ ਇੱਕ ਤਰ੍ਹਾਂ ਦੀ ਸਰਕਾਰ ਜਿਹੜੀ ਸਾਰੇ ਇੱਕੋ ਜਿਹੇ ਨਿਕਲਦੇ ਆ? ਸਾਰੇ ਇੱਕੋ ਜਿਹੇ, ਹਜੇ ਤੱਕ ਤੇ ਕੋਈ ਵੀ ਨਹੀਂ ਆਇਆ ਇੱਥੇ। ਜੇ ਸਾਨੂੰ ਸਹੂਲਤ ਮਿਲੂਗੀ ਕੋਈ ਫੇਰ ਹੀ ਆ। ਵੋਟਾਂ ਕਰਕੇ ਹੀ ਆਉਂਦੇ ਸਾਰੇ ਜਿਹੜੇ ਆਉਂਦੇ। ਹਾਂਜੀ, ਨਸ਼ਿਆਂ ਮੀਂਹ ਪੈਂਦਾ ਸਾਡੇ ਲੈਂਟਰ ਬਾਲੇ ਚੋਂਦੇ ਆ ਇੱਧਰ ਸਾਰੇ। ਹਾਂਜੀ, ਸਾਡੇ ਕੋਠਾ ਵੀ ਚੋਂਦਾ, ਕੋਠਾ ਸਾਰਾ ਚੁੰਦਾ ਵਾ। ਕਹਿੰਦੇ ਆ ਲੈਂਟਰ ਦੇ ਫਾਰਮ ਭਰੋ, ਕੋਈ ਪੈਸੇ ਨਹੀਂ ਆਉਂਦੇ ਸਾਡੇ ਕੋਲ, ਕੋਈ ਨਹੀਂ ਸਹੂਲਤ ਮਿਲਦੀ ਸਾਨੂੰ। ਜਿਹੜਾ ਹੁਣ ਆਹ ਕੈਪਟਨ ਸਾਹਿਬ ਨੇ ਗੱਦੀਆਂ ਲਾਹੇ ਜਾਣ ਤੋਂ ਪਹਿਲਾਂ ਬੀਬੀਆਂ ਨੂੰ ਕਿਰਾਇਆ ਮਾਫ ਕਰ ਦਿੱਤਾ ਸੀ। ਹੁਣ ਚੰਨੀ ਸਾਹਿਬ ਕਹਿੰਦੇ ਆ ਵੀ ਅਸੀਂ ਬਹੁਤ ਸਾਰੀਆਂ ਸਹੂਲਤਾਂ ਦੇਵਾਂਗੇ। ਕੇਜਰੀਵਾਲ ਸਾਹਿਬ ਕਹਿੰਦੇ ਮੈਂ 1000 ਰੁਪਇਆ ਦਿਆ ਕਰੂੰਗਾ। ਉਮੀਦ ਹੈ ਇਹਨਾਂ ਤੋਂ ਤੁਹਾਨੂੰ? ਨਹੀਂ, ਕੋਈ ਉਮੀਦ ਨਹੀਂ, ਕੋਈ ਨਹੀਂ ਉਮੀਦ ਹੈਗੀ ਸਾਨੂੰ। ਤੇ ਜੋ ਕੁਝ ਪਹਿਲਾਂ ਹੁਣ ਕਰਨਗੇ ਸਾਡੇ ਨਾਲ, ਅਸੀਂ ਵੋਟ ਪਾਵਾਂਗੇ। ਤੁਹਾਡੇ ਨਸ਼ਿਆਂ ਦਾ ਕੀ ਇੱਥੇ ਕਹਿ ਰਹੇ ਕਿ ਨਸ਼ੇ ਬਹੁਤ ਜ਼ਿਆਦਾ ਇੱਥੇ? ਨਸ਼ੇ ਤੇ ਬਹੁਤ ਜ਼ਿਆਦਾ ਵਾ। ਨਸ਼ੇ ਤਾਂ ਤੁਸੀਂ ਇਹਦਾ ਕਦੇ ਹੱਲ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਸਰਕਾਰ ਤੋਂ? ਕੀਤੀ ਆ ਪਰ ਕੋਈ ਸੁਣਾਈ ਨਹੀਂ ਹੈਗੀ ਸਾਡੀ, ਬਹੁਤ ਵਾਰੀ ਕੀਤੀ ਹੈ। ਆਏ ਆ, ਬੜਿਆਂ ਨੂੰ ਕਿਹਾ ਹੈਗਾ ਵਾ, ਕਿਸੇ ਨੇ ਵੀ ਕਿਸੇ ਦੀ ਕੋਈ ਸੁਣੀ ਨਹੀਂ। ਕਿਸੇ ਦੀ ਭੈਣ ਰੋਂਦੀ ਹੈ, ਕਿਸੇ ਦੀ ਜਨਾਨੀ ਰੋਂਦੀ ਹੈ, ਕਿਸੇ ਦੀ ਮਾਂ ਰੋਂਦੀ ਹੈ। 3-3 ਬੱਚੇ, 4-4 ਬੱਚੇ ਆ ਜਿਹੜੇ ਮਤਲਬ ਕਿ ਛੋਟੇ ਆ ਨਾ, ਉਹੀ ਨਸ਼ਿਆਂ ਦੇ ਵਿੱਚ ਪੂਰੇ ਧਕੇਲੇ ਹੋਏ ਆ। ਕੋਈ ਇੱਥੇ ਸਰਕਾਰ ਆਣ ਕੇ ਕੋਈ ਪੁੱਛਦੀ ਨਹੀਂ ਪਿੰਡ ਦਾ ਹਾਲ ਕਿ ਕੀ ਬਣਿਆ ਹੋਇਆ ਕੀ ਨਹੀਂਗਾ। ਤੇ ਦੱਸੋ, ਮਹਿੰਗਾਈ ਇੰਨੀ ਆ ਕਿ ਇੰਨਾ ਲੱਕ ਤੋੜਿਆ, ਜਨਾਨੀ ਕੀ ਕਰੇਗੀ? ਜਿਹਦਾ ਬੰਦਾ ਵੀ ਨਸ਼ੇ ਕਰਦਾ, ਬੱਚੇ ਵੀ ਨਸ਼ੇ ਕਰਦੇ, ਜਨਾਨੀ ਕੀ ਕਰੇਗੀ? ਬਹੁਤ ਸਾਰੇ ਲੀਡਰਾਂ ਨੇ ਸੌਹਾਂ ਖਾਧੀਆਂ ਸੀ ਕਿ ਅਸੀਂ ਨਸ਼ਾ ਖਤਮ ਕਰ ਦੇਵਾਂਗੇ, ਕੁਛ ਤਾਂ ਕੀਤਾ ਹੋਊ। ਗਰਵਾਲੀ ਦੇ ਵਿੱਚ ਤੇ ਬਿਲਕੁਲ ਵੀ ਨਹੀਂ ਨਾ ਹੋਇਆ। ਬਹੁਤ ਮੌਤਾਂ ਹੋ ਚੁੱਕੀਆਂ ਐ, ਬਹੁਤ ਜ਼ਿਆਦਾ। ਜਨਾਨੀਆਂ ਕੰਮਾਂ ਤੇ ਜਾਂਦੀਆਂ ਆ, ਬੰਦੇ ਨਸ਼ੇ ਕਰਕੇ ਡਿੱਗੇ ਹੋਏ ਆ। ਰੋਡ ਤੇ ਬਾਜ਼ਾਰ ਤੇ ਘੁੰਮੋਗੇ ਤੁਹਾਨੂੰ ਡਿੱਗੇ ਹੋਏ ਨਜ਼ਰ ਆਉਣਗੇ। ਕਦੀ ਕਿਸੇ ਸਰਕਾਰ ਨੇ ਸਾਡਾ ਸੋਚਿਆ ਹੀ ਨਹੀਂ। ਭੈਣੇ ਪਰ ਸਰਕਾਰ ਤਾਂ ਕਦੀ ਕਾਂਗਰਸੀਆਂ ਦੀ ਰਹਿੰਦੀ, ਕਦੇ ਅਕਾਲੀਆਂ ਦੀ ਰਹਿੰਦੀ, ਕਦੀ ਕਿਸੇ ਦੀ ਕਿਤੇ ਨੂੰ ਕਾਲੀਆਂ ਦੀ ਸਾਨੂੰ ਆਸਰਾ ਹੈਗਾ ਵਾ, ਕਿਉਂਕਿ ਕਣਕ ਚਲੋ ਜੋ ਸਰਦਾ ਉਹ ਸਾਨੂੰ ਮਿਲਦਾ ਆ। ਕਿ ਚਲੋ ਪਿਲਸਨ ਵੀ ਜਿੰਨਾ ਬੀਬੀਆਂ ਦੀ ਬਜ਼ੁਰਗਾਂ ਦੀ ਲੱਗੀ ਹੋਈ ਆ ਉਹ ਮਿਲਦੀ ਆ। ਤੇ ਵਿਧਵਾ ਜਨਾਨੀਆਂ ਦੀ ਵੀ ਚਲੋ ਮਹਾਰਾਜ ਜੋ ਹੈਗਾ ਵਾ ਉਹ ਮਿਲਦਾ ਹੈਗਾ ਜਨਾਨੀਆਂ ਨੂੰ। ਤੇ ਬਾਕੀ ਕਾਂਗਰਸ ਨੇ ਤੇ ਬਿਲਕੁਲ ਵੀ ਸਾਨੂੰ ਕੁਝ ਨਹੀਂ ਨਾ ਦਿੱਤਾ ਹੈਗਾ। ਹਾਂਜੀ ਭੈਣੇ ਤੁਸੀਂ ਕੀ ਕਹਿਣਾ ਚਾਹੋਗੇ ਨਸ਼ਿਆਂ ਦੇ ਬਾਰੇ ਚ? ਮੈਂ ਇੱਥੇ ਪਿੰਡ ਜਾ ਕੇ ਮੈਨੂੰ ਪ੍ਰੋਗਰਾਮ ਦੂਜਾ ਤਾਂ ਹੀ ਲੋੜ ਮਹਿਸੂਸ ਹੋਈ ਕਿ ਨਸ਼ਿਆਂ ਦਾ ਜਿਹੜਾ ਸਾਰੀਆਂ ਮਾਵਾਂ ਕਹਿ ਰਹੀਆਂ ਕਿ ਨਸ਼ਾ ਖੁਦ ਮੇਰੇ ਘਰ ਵਾਲਾ ਕਰਦਾ ਤੇ ਮੈਂ ਕਿਸੇ ਨੂੰ ਕੀ ਕਹਿ ਸਕਦੀ ਹਾਂ। ਵਾਧੂ ਨਸ਼ਾ ਕਰਦਾ, ਜਿੰਨੇ ਕਮਾਉਂਦਾ ਉਹਨੇ ਨਸ਼ੇ ਤੇ, ਹੋਰ ਕੁਝ ਨਹੀਂ। ਏਦਾਂ ਹੀ ਅਸੀਂ ਆਪ ਆਪਣਾ ਮਾੜਾ ਚੰਗਾ ਦਿਹਾੜੀ ਧੱਪਾ ਕਰਦੇ ਆ। 35 ਸਾਲ ਹੋ ਗਏ ਵੋਟਾਂ ਪਾਉਣ, ਕਿਸੇ ਸਰਕਾਰ ਨੇ ਮੇਰਾ ਕਮਰਾ ਵੇਖੋ ਜਾ ਕੇ ਡਿੱਗਣ ਵਾਲਾ ਕਿਸੇ ਨਹੀਂ ਸੁਣਦਾ। ਆ ਦਿੰਦੇ ਅੱਜ ਆ ਜਾਂਦਾ, ਕੱਲ ਨੂੰ ਪੈ ਜਾਂਦੇ ਪੈਸੇ, ਪਰਸੋਂ ਨੂੰ ਕੋਈ ਜਿਸ ਤਰ੍ਹਾਂ ਟੀਚਰਾਂ ਹੀ ਸਾਨੂੰ ਕਰਦੇ, ਕੋਈ ਨਹੀਂ ਪਾਉਂਦਾ ਨਾ। ਕੋਈ ਵੇਖ ਕੇ ਵਾਪਸ ਮੁੜ ਜਾਂਦੇ, ਕੋਈ ਨਹੀਂ ਕਿਸੇ ਨੇ ਸਹੂਲਤ ਦਿੱਤੀ। ਪੈਸੇ ਲੈ ਕੇ ਖੜੇ ਹੋਏ ਆ, ਉਹ ਵੀ ਕਿਸੇ ਨੂੰ ਕੋਈ ਦੱਸੇ ਕਿ ਕਿਸੇ ਨੂੰ ਕੋਈ ਮਿਲਿਆ ਹੋਊਗਾ। ਕਮਰੇ ਤੇ ਛੱਡਿਆ, ਬਲੱਚਾਂ ਦੇ ਪੈਸੇ ਤੱਕ ਨਹੀਂ ਕਿਸੇ ਨੇ ਦਿੱਤੇ ਹੋਏ। ਨਹੀਂ ਮਿਲਿਆ, ਇੱਥੇ ਕੁਝ ਨਹੀਂ ਮਿਲਦਾ ਹੈਗਾ। ਭੈਣੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਸਾਰੀਆਂ ਚੀਜ਼ਾਂ ਦੇ? ਸਾਲ ਹੋ ਗਏ ਜੋ ਕਿਰਾਏ ਤੇ ਰਹਿੰਦੀ ਨੂੰ, ਤੇ ਮੈਨੂੰ ਕਿਸੇ ਨੇ ਕੋਈ ਜਗ੍ਹਾ ਨਹੀਂ, 5-5 ਮਰਲੇ ਕਹਿੰਦੇ ਜਗ੍ਹਾ ਦੇਵਾਂਗੇ, ਕਹਿੰਦੇ ਤੱਕ ਮਿਲੀ ਨਹੀਂ ਜੋ। ਤੇ 5 ਸਾਲਾਂ 16 ਸਾਲ ਹੋ ਗਏ ਮੈਨੂੰ ਕਿਰਾਏ ਤੇ ਰਹਿੰਦੀ ਨੂੰ। ਆਈ ਵਾਰ ਵੋਟਾਂ ਪਵਾ ਲੈਂਦੇ ਜਗ੍ਹਾ ਦੇਵਾਂਗੇ ਜਾਵਾਂਗਾ, ਤਾਂ ਕਿਸੇ ਨੇ ਜਗ੍ਹਾ ਨਹੀਂ ਦਿੱਤੀ। ਇਸ ਵਾਰ ਉਮੀਦ ਹੈ? ਨਹੀਂ ਹੈਗੀ ਉਮੀਦ, ਨਹੀਂ ਹੈਗੀ। ਜਿੰਨ ਚ ਮਿਲਦੀ ਨਹੀਂ ਉੰਚ ਕਾਦੀ ਉਮੀਦ ਦੀ। ਭੈਣੇ ਕਿੰਨੀ ਤਕਲੀਫ ਵਾਲਾ ਮੰਜ਼ਰ ਆ, ਜਿਵੇਂ ਤੁਸੀਂ ਕਿਹਾ ਵੀ ਨਸ਼ੇ ਜਿਹੜੇ ਕਰਦੇ ਆ, ਮਾਵਾਂ ਦੀਆਂ ਝੋਲੀਆਂ 'ਚ ਜਦੋਂ ਲਾਸ਼ਾਂ ਆਉਂਦੀਆਂ ਪੁੱਤਾਂ ਦੀਆਂ, ਹਨਾ, ਉਹ ਕਿਤੇ ਤਾਂ ਜਿਵੇਂ ਹੁਣ ਇਹ ਮਾਂ ਵਾਏ ਇਹਨਾਂ ਨੇ ਮਤਲਬ ਮੈਂ ਹੈਰਾਨ ਆ ਕਿ ਇਹ ਹੱਸੇ, ਹਨਾ, ਕਿਉਂਕਿ ਮਾਂ ਨਹੀਂ ਇੰਨਾ ਟੁੱਟ ਚੁੱਕਿਆ, ਉਹ ਕਰਨ ਕੀ ਇਹਨਾਂ ਚੀਜ਼ਾਂ ਦਾ ਹੱਲ ਤੁਹਾਨੂੰ ਕੀ ਲੱਗਦਾ ਹੈ? ਸਰਕਾਰਾਂ ਤਾਂ ਨਹੀਂ ਕਰ ਰਹੀਆਂ, ਤੁਹਾਨੂੰ ਕੀ ਲੱਗਦਾ ਜੇ ਮੈਂ ਇਹ ਕਹਾਂ ਕਿ ਸਰਕਾਰ ਨੂੰ ਆਪਾਂ ਸੁਨੇਹਾ ਦੇਣਾ ਵੀ ਇਹਦਾ ਐਂ ਹੱਲ ਹੋ ਸਕਦਾ, ਤੇ ਤੁਸੀਂ ਦੱਸੋ ਤੁਹਾਡੇ ਪਿੰਡ ਦਾ ਹੱਲ ਕੀ ਹੋ ਸਕਦਾ ਵੀ ਜਿਹੜਾ ਆਪਾਂ ਸਰਕਾਰ ਨੂੰ ਦੱਸ ਸਕੀਏ, ਖਾਸ ਤੌਰ ਤੇ ਨਸ਼ੇ ਦਾ? ਨਸ਼ੇ ਦਾ ਇਹ ਤੇ ਸਰਕਾਰ ਕਰ ਸਕਦੀ ਹੈ ਜੇ ਕਰਨ ਦੀ। ਕੀ ਹੋ ਸਕਦਾ ਹੱਲ ਹੋਏ, ਨਸ਼ਾ ਬੰਦ ਕਰਾਉਣ। ਜਿਹੜੇ ਬਜ਼ੁਰਗ ਮਾਵਾਂ ਵਾ, ਚਾਹੇ ਜਨਾਨੀਆਂ ਚਾਹੇ ਭੈਣਾਂ ਵਾ, ਰੋਂਦੀਆਂ ਆ,
ਉਹਨਾਂ ਨੂੰ ਵੀ ਹੌਸਲਾ ਮਿਲ ਸਕੇ ਜੇਕਰ ਨਸ਼ਾ ਬੰਦ ਹੋ ਜੇ ਤਾਂ। ਰੋਜ਼ਗਾਰ ਵੀ ਦੇ ਕੇ ਕੀ ਕਰਨਗੇ ਜੇ ਮੁੰਡੇ ਹੀ ਨਸ਼ਾ ਕਰਦੇ ਆ, ਉਹ ਕੰਮ ਹੀ ਨਹੀਂ ਕਰ ਪਾਉਣਗੇ ਤੇ ਫਿਰ ਕੀ ਫਾਇਦਾ ਨਾ। ਨਸ਼ੇ ਬਹੁਤ ਜ਼ਿਆਦੇ ਆ ਨਾ, ਨਸ਼ੇ ਦੀ ਗੱਲ ਹੈ। ਨਸ਼ਾ ਘਟਾਉਣ ਤੇ ਆਪੇ ਸਭ ਕੁਝ ਸਹੀ ਹੋਵੇ, ਨਸ਼ਾ ਘਟਾਉਂਦੇ ਨਹੀਂ। ਇਹ ਮਾਵਾਂ ਨਾਲ ਵੀ ਗੱਲ ਕਰਦੇ ਆ। ਅਸਲ ਦੇ ਵਿੱਚ ਇਹ ਜਿਹੜਾ ਇੱਕ ਵੱਡਾ ਪੁਆਇੰਟ ਉੱਭਰ ਕੇ ਆਇਆ ਜਦੋਂ ਮੈਂ ਆਈ ਸੀ, ਮੇਰੇ ਧਿਆਨ ਦੇ ਵਿੱਚ ਇਹ ਸਵਾਲ ਇੰਨਾ ਜ਼ਿਆਦਾ ਨਹੀਂ ਸੀ ਕਿਉਂਕਿ ਲੱਗਦਾ ਸੀ ਕਿ ਪੂਰੇ ਪੰਜਾਬ ਦੇ ਵਿੱਚ ਨਸ਼ਾ, ਪਰ ਇਹਨਾਂ ਮਾਵਾਂ ਦੇ ਲਈ ਇੱਕ ਵੱਡਾ ਮੁੱਦਾ ਹੈ। ਮਾਂ ਤੁਸੀਂ ਮੇਰੇ ਖਿਆਲ 'ਚ ਸਾਰੀ ਉਮਰ ਸ਼ਾਇਦ ਇਸ ਪਿੰਡ ਦੇ ਵਿੱਚ ਕੱਢੀ ਹੋਵੇ, ਕੀ ਲੱਗਦਾ ਮਾਂ ਵੋਟਾਂ ਹਰ ਵਾਰੀ ਨਵੀਆਂ? ਕੱਖ ਨਹੀਂ ਜੀ ਮਿਲਦਾ, ਕੁਛ ਨਹੀਂ ਮਿਲਦਾ ਵੋਟਾਂ 'ਚ। ਮੇਰਾ ਪੁੱਤ ਮਰ ਗਿਆ ਨਿੱਕੇ ਨਿੱਕੇ ਜੀ ਛੱਡ ਕੇ, ਉਹ ਵੀ ਨਸ਼ੇ ਨਾਲ। ਅੱਛਾ, ਪੋਤਾ ਮਰ ਗਿਆ ਨਸ਼ੇ ਨਾਲ। ਪੁੱਤ ਮੇਰਾ ਪੁੱਤ ਮਰ ਗਿਆ ਜੀ। ਨਿੱਕੇ ਨਿੱਕੇ ਬੱਚੇ ਆ, ਨੌ ਵਿਚਾਰੀ ਕਰਕੇ ਖਾਂਦੀ ਆ ਆਪਣ। ਮਾਂ ਤਕਲੀਫ ਹੁੰਦੀ ਆ ਕਿ ਲੀਡਰ ਆ ਕੇ ਤੁਹਾਡੇ ਤੋਂ ਵੋਟਾਂ ਲੈ ਜਾਂਦੇ ਆ ਤੇ ਕੋਈ ਤੁਹਾਡਾ ਦਿੰਦਾ ਕੋਈ ਨਹੀਂ, ਕੁਛ ਦਿੰਦਾ ਕਿਸੇ ਨੂੰ। ਉਹ ਕੁੱਲਾ ਡਿੱਗਾ ਪਿਆ, ਕਿਸੇ ਨੇ ਲਿਖ ਕੇ ਖੜਿਆ, ਕਿਸੇ ਨੇ ਆਖਿਆ ਨਹੀਂ ਪੀ ਲੈ ਪਾ ਦਗੇ। ਕੋਈ ਨਹੀਂ ਕਿਸੇ ਨੂੰ ਪੁੱਛਦਾ, ਕੋਈ ਨਹੀਂ ਧੀਏ ਪੁੱਛਦਾ ਕਿਸੇ ਨੂੰ, ਕੋਈ ਨਹੀਂ ਪੁੱਛਦਾ। ਤਕਲੀਫ ਹੁੰਦੀ ਆ ਮਾਂ ਕਿ ਪੁੱਤਾਂ ਨੂੰ ਬੜੇ ਮਿਹਨਤ ਨਾਲ ਪਾਲਦੀਆਂ ਮਾਵਾਂ, ਬੜੀਆਂ ਔਖੀਆਂ ਹੋ ਕੇ, ਭਾਵੇਂ ਆਪ ਕੁੱਲੀ 'ਚ ਹੀ ਰਹਿੰਦੀਆਂ ਹੋਣ, ਰਾਜਾ ਮਹਾਰਾਜਾ ਵਾਂਗੂ ਪਾਲਦੀਆਂ। ਜਦੋਂ ਇਦਾਂ ਭੰਗ ਦੇ ਪਹਾੜੇ ਜਾਂਦੇ ਆ, ਫਿਰ ਦੋਸ਼ ਹੋਣ ਕਿਹਨੂੰ ਦਿੰਨੇ ਤੁਸੀਂ? ਸਾਰਿਆਂ ਨੂੰ ਦੋਸ਼ ਆ, ਜਿਹੜੇ ਕਮਾਉਂਦੇ ਪਿਆਉਂਦੇ ਵੇਚਦੇ ਵੱਟਦੇ, ਉਹਨਾਂ ਨੂੰ ਦੋਸ਼ ਹੀ ਆ ਕੇ। ਸਰਕਾਰਾਂ ਕਿਉਂ ਨਹੀਂ ਸੁਣਦੀਆਂ ਮਾਂ? ਸਰਕਾਰਾਂ ਤਾਂ ਕਹਿੰਦੀਆਂ ਨਵੇਂ ਆਫਰਾਂ ਦੇ ਨਾਲ ਸਰਕਾਰਾਂ ਆਉਂਦੀਆਂ ਵੀ ਅਸੀਂ ਆਹ ਕਰ ਦਾਂਗੇ, ਸੋਨੇ ਦਾ ਹੀ ਪੰਜਾਬ ਬਣਾ ਦਾਂਗੇ। ਕਿਉਂ ਨਹੀਂ? ਧੀਏ ਕੋਈ ਨਹੀਂ ਬਣਾਉਂਦਾ, ਕੋਈ ਨਹੀਂ ਬਣਾਉਂਦਾ ਸੋਨੇ ਦਾ, ਕਿਹਨ ਬਣਾਉਣਾ। ਸੋ ਇਹ ਜਿਹੜੀ ਇੱਕ ਵੱਡੀ ਤਕਲੀਫ ਹੈ, ਮਾਤਾ ਦੇ ਪੁੱਤ ਦੀ ਜਿਹੜੀ ਹੈ ਨਸ਼ੇ ਦੇ ਨਾਲ ਮੌਤ ਹੋਈ ਆ। ਔਰ ਇੱਥੇ ਇਹੋ ਜਿਹਾ ਮਾਹੌਲ ਪਿੰਡ ਦੇ ਵਿੱਚ ਬਣਿਆ ਕਿ ਕੋਈ ਵੀ ਮਾਂ ਔਰ ਕੋਈ ਵੀ ਜਿਹੜੀ ਔਰਤ ਹੈ ਇਹ ਕਹਿਣ ਤੋਂ ਝਿਜਕਦੀ ਨਹੀਂ ਆ। ਸਭ ਖੁੱਲ੍ਹੇਆਮ ਦੱਸਦੀਆਂ ਕਿ ਸਾਡਾ ਪੁੱਤ ਨਸ਼ਾ ਕਰਦਾ, ਸਾਡਾ ਜਿਹੜਾ ਘਰ ਵਾਲਾ ਉਹ ਨਸ਼ਾ ਕਰਦਾ। ਇੱਕ ਹੋਰ ਮਾਂ ਬੈਠੀ, ਉਹਦੇ ਤੋਂ ਪੁੱਛਦੇ ਆ, ਮਾਂ ਕਿਵੇਂ ਆ, ਪਿੰਡ ਦੀ ਤਰੱਕੀ ਹੋਈ ਮਾੜੀ ਮੋਟੀ ਕਿ ਨਹੀਂ? ਇਹ ਆਂਦੀਆਂ ਹੀ ਵੀ ਲੈਂਟਰ ਪਾ ਦੋ, ਫੇਰ ਪਾਵਾਂਗੇ ਵੋਟ। ਅੱਛਾ, ਆ ਸਾਰੇ ਕੱਚੇ ਘਰ। ਹਾਂ ਸਾਰੇ ਕੱਚੇ? ਹਾਂ ਸਾਰੇ ਹੀ ਆ। ਕਦੇ ਨਹੀਂ ਬਣੇ? ਹਾਂ ਵੋਟ ਆਂਦੀ ਤਾਂ ਪਾਉਣੀ ਆ, ਸਾਰੇ ਪੱਕੇ ਕਰਾਉਣਗੇ ਜੀ। ਹਾਂ ਨਹੀਂ, ਵੋਟ ਨਹੀਂ ਪਾਉਣੀ ਕਿਸੇ। ਹਾਂ ਫੇਰ ਨਹੀਂ ਆਂਦੀਆਂ ਪਾਉਣੀ। ਹਾਂ ਇਹ ਜੂ ਵੀਰੇ ਵੀ ਮੇਰੇ ਨਾਲ ਮੌਜੂਦ ਹੈ ਇਸ ਪਿੰਡ ਦੇ, ਕੁਝ ਮਰਦਾਂ ਦੇ ਨਾਲ ਵੀ ਗੱਲਬਾਤ ਕਰਦੇ ਆ, ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ। ਬਾਈ ਕੀ ਜਿਹੜਾ ਲੱਗਦਾ ਹੈਗਾ ਇਸ ਵਾਰੀ ਕਿ ਇਹਨਾਂ ਦਾ ਦੁੱਖ ਜਦੋਂ ਸੁਣਿਆ ਹੈਗਾ, ਮਾਵਾਂ ਤਾਂ ਮੋਸਟ ਆਫ ਨਸ਼ੇ ਆ ਜਿਹੜੇ ਘਰਾਂ ਦੇ ਵਿੱਚ ਹੈ ਨਾ, ਉਹਨਾਂ ਦੇ ਅੱਖਾਂ 'ਚ ਹੰਝੂ ਆ। ਇੱਥੇ ਆ ਕੇ ਸਾਰਾ ਕੁਝ ਹੀ ਫੇਲ ਹੋ ਜਾਂਦਾ, ਚਾਹੇ ਕੋਈ ਵੀ ਪਾਰਟੀ ਆਵੇ, ਕੋਈ ਵੀ ਨਾ ਆਵੇ। ਇਸ ਪਿੰਡ ਦੇ ਹਾਲਾਤ ਮੈਨੂੰ ਇਸ ਚੀਜ਼ ਦੇ ਨਾਲ ਵੀ ਜ਼ਰੂਰ ਦੱਸੋ ਕਿ ਨਸ਼ੇ ਕਿੰਨੇ ਕੁ ਜ਼ਿਆਦਾ ਹੈ। ਤੁਸੀਂ ਦੇਖੋ ਭੈਣ ਜੀ, ਤੁਸੀਂ ਜਿਵੇਂ ਮਾਤਾ ਦਾ ਸੁਣ ਹੀ ਲਿਆ, ਉਹਨਾਂ ਦੀ ਗੱਲ ਸੁਣ ਕੇ ਮੇਰਾ ਵੀ ਮਨ ਭਰ ਆਇਆ ਹੈ ਕਿ ਸਾਡਾ ਭਰਾ ਪਿੰਡ ਦਾ ਨਸ਼ੇ ਦੀ ਭੇਟ ਚੜ ਗਿਆ। ਇਹ ਮਾਤਾ ਇੱਕ ਆ ਜਾਂ ਭੈਣ ਜੀ ਹੋਣੀ ਨੇ, ਇੱਕ ਨਹੀਂ ਆ, ਇੱਥੇ ਹਜ਼ਾਰਾਂ ਬੰਦੇ ਨੇ। ਤਕਰੀਬਨ 150 ਦੇ ਕਰੀਬ ਬੰਦੇ ਐਸੇ ਜਿਹੜੇ ਨਸ਼ੇ ਦੇ ਲੋਤ ਦੇ ਵਿੱਚ HIV ਪੋਜ਼ਿਟਿਵ ਹੋ ਚੁੱਕੇ ਨੇ ਸਾਡੇ ਪਿੰਡ ਦੇ। ਹਾਂਜੀ, ਬਾਕੀ ਤੁਸੀਂ ਪਿੰਡ ਦਾ ਵਿਕਾਸ ਦੇਖ ਲਿਆ। ਕੈਪਟਨ ਸਾਹਿਬ ਦੀ ਸਰਕਾਰ ਬਣੀ, ਉਹਨਾਂ ਨੇ ਸਹੁੰ ਖਾਧੀਆਂ, ਗੁਟਕਾ ਸਾਹਿਬ ਵੀ ਮੈਂ ਲੱਕ ਤੋੜ ਦੂੰਗਾ। ਲੱਕ ਕੀ ਤੋੜਨਾ ਸੀ, ਉਹਨਾਂ ਨੇ ਤਾਂ ਸਗੋਂ ਹੌਸਲਾ ਦਿੱਤਾ, ਨਸ਼ੇ ਵਾਲਿਆਂ ਨੂੰ ਹੌਸਲਾ ਦਿੱਤਾ। ਨਸ਼ੇ ਵੱਧ ਗਏ, ਬਹੁਤ ਜ਼ਿਆਦਾ ਨਸ਼ੇ ਵੱਧ ਗਏ। ਮਾਝੇ ਦਾ ਸਿਰ ਕੱਢ ਇਤਿਹਾਸਕ ਪਿੰਡ ਹੈ ਸਾਡਾ। ਅਗਰ ਸਾਡੇ ਪਿੰਡ ਦੀ ਇਹ ਹਾਲਤ ਆ, ਮੇਨ ਪਿੰਡ ਹੈ ਸਾਡਾ, ਤੇ ਦੂਸਰੇ ਛੋਟੇ ਪਿੰਡਾਂ ਦੀ ਕੀ ਹਾਲਤ ਹੋਏਗੀ? ਬਾਕੀ ਵਿਕਾਸ ਤੁਸੀਂ ਵੇਖ ਲਿਆ, ਕਾਲੇ ਪੀਲੀਏ ਦੇ ਇੱਥੇ ਬਹੁਤ ਜ਼ਿਆਦਾ ਪੇਸ਼ੈਂਟ ਨੇ, ਬਹੁਤ ਜ਼ਿਆਦਾ। ਤੁਸਾਂ ਵਾਟਰ ਦਾ ਇਹ ਬਾਦਲ ਸਾਹਿਬ ਨਾਲ ਦੇ ਵੇਲੇ ਦੀ ਬਣੀ ਸੀ, ਇਹ ਕੇਅਰ ਵੀ ਨਹੀਂ ਕਰ ਸਕੇ। ਸੁਵਿਧਾ ਕੇਂਦਰ ਦੇਖ ਲਿਆ, ਬਾਦਲ ਸਾਹਿਬ ਨੇ ਬਣਾਇਆ ਸੀ, ਕਾਂਗਰਸ ਸਰਕਾਰ ਆਈ ਬੰਦ ਹੋ ਗਿਆ। ਦੇਖਿਆ ਪਾਥੀਆਂ, ਜਦੋਂ ਤੁਸੀਂ ਸ਼ੂਟ ਕਰ ਰਹੇ ਥੇ ਉਤੋਂ ਨਸ਼ੇ ਵਾਲਾ ਬੰਦਾ ਨਿਕਲਿਆ ਹੈ, ਤੁਸੀਂ ਕੈਮਰੇ ਦੇ ਵਿੱਚ ਦਿਖਾ ਸਕਦੇ ਹੋ। ਸਰਕਾਰੀ ਹਸਪੀਟਲ ਦੇਖ ਸਕਦੇ ਹੋ ਤੁਸੀਂ, ਸਰਕਾਰੀ ਹਸਪੀਟਲ ਦੀ ਹਾਲਤ ਕਿਹੋ ਜੀ ਆ। ਰੋਡਾਂ ਦੀ ਹਾਲਤ ਦੇਖ ਸਕਦੇ ਹੋ ਤੁਸੀਂ, ਰੋਡਾਂ ਦੀ ਹਾਲਤ ਕਿਹੋ ਜੀ ਆ। ਹਾਂ, ਹੋ ਸਕਦਾ ਹੈ ਕਾਂਗਰਸ ਸਰਕਾਰ ਦੇ ਵਿੱਚ ਫਾਇਦਾ ਹੋਇਆ ਹੋਵੇ, ਮਗਰ ਕਿਹਨਾਂ ਨੂੰ? ਜਿਹੜੇ ਉਹਨਾਂ ਦੇ ਖਾਸ ਬੰਦੇ ਸੀ। ਬਾਕੀ ਸਾਡੇ ਪਿੰਡ ਦੀ ਬੁਰੀ ਹਾਲਤ ਜੇ। ਉਹ ਮਾਤਾ ਰੋਣ ਰਹੀ ਸੀ, ਉਹਨਾਂ ਨੂੰ ਦੇਖ ਕੇ ਮੇਰੇ ਅੱਖਾਂ 'ਚ ਅਥਰੂ ਆ ਗਏ ਵੀ ਕੀ ਹਾਲਤ ਹੈ ਸਾਡੇ ਪਿੰਡ ਦੀ। ਬਹੁਤ ਬੁਰੀ ਹਾਲਤ ਆ, ਮੰਦਾ ਹਾਲਤ ਆ। ਕਾਂਗਰਸ ਸਰਕਾਰ ਨੇ ਸਾਡੇ ਪਿੰਡ ਦਾ ਬੇੜਾ ਗਰਕ ਕਰਤਾ ਜੀ। ਨਿਸ਼ਾਨ, ਮੈਂ ਚਾਹੁੰਦੀ ਇੱਕ ਵਾਰੀ ਸਾਰਿਆਂ ਦੇ ਚਿਹਰੇ ਜ਼ਰੂਰ ਦਿਖਾ ਦਵੋ। ਇੱਕ ਤਿਉਹਾਰਾਂ ਦਾ ਮੌਸਮ ਆ ਇਸ ਵੇਲੇ ਪੰਜਾਬ ਦੇ ਵਿੱਚ, ਵੈਸੇ ਵੀ ਖੁਸ਼ੀ ਆ ਕਿਉਂਕਿ ਕਿਸਾਨੀ ਮੋਰਚਾ ਜਿੱਤ ਕੇ ਜਿਹੜੇ ਸਾਡੇ ਲੋਕ ਆਏ ਆ। ਪਰ ਇਸ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਬਹੁਤ ਇੱਕ ਅਜੀਬ ਜੀ ਵਿਰਾਨੀ ਔਰ ਖਾਮੋਸ਼ੀ ਜਿਹੜੀ ਚਿਹਰਿਆਂ ਦੇ ਉੱਤੇ ਨਜ਼ਰ ਆਈ ਹੈ। ਕਈ ਆਪਣਿਆਂ ਨੂੰ ਗਵਾ ਚੁੱਕੇ ਹੋਏ ਆ, ਨਸ਼ਿਆਂ ਦੀ ਭੇਟ ਕਈ ਮਾਵਾਂ ਦੇ ਪੁੱਤ ਚੜ ਚੁੱਕੇ ਹੋਏ ਆ, ਤੇ ਬਹੁਤੀਆਂ ਨੂੰ ਇਸ ਚੀਜ਼ ਦਾ ਡਰ ਆ,
ਇਹ ਚੀਜ਼ ਬੋਲਣ ਲੱਗੇ ਮੈਨੂੰ ਝਿਜਕ ਨਹੀਂ ਆ ਰਹੀ, ਕਿਉਂਕਿ ਬਹੁਤੀਆਂ ਨੂੰ ਇਸ ਚੀਜ਼ ਦਾ ਡਰ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਬੰਦੇ ਆ, ਸਾਡੇ ਪੁੱਤ ਆ, ਉਹ ਨਸ਼ੇ ਕਰਕੇ ਗਲੀਆਂ 'ਚ ਪਏ ਹੁੰਦੇ ਆ ਤੇ ਅਸੀਂ ਦਿਹਾੜੀ ਕਰ ਰਹੀਆਂ ਹੁੰਦੀਆਂ, ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਵੀ ਕੱਚੇ ਆ। ਇੱਕ ਹੋਰ ਬਾਪੂ ਜੀ ਆ। ਬਾਪੂ ਜੀ, ਉਮਰ ਨਿਕਲੀ ਲੱਗਦੀ ਇਸ ਪਿੰਡ ਦੇ ਵਿੱਚ, ਕਿਵੇਂ ਦਾ ਪਿੰਡ ਹੁੰਦਾ ਸੀ? ਚੜ੍ਹਦੀ ਕਲਾ ਵਾਲਾ ਹੁੰਦਾ ਸੀ ਜਾਂ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਹੁਣ ਕੋਈ ਗੱਲ ਕਹਿਣ ਤੋਂ ਝਿਜਕ ਹੀ ਨਹੀਂ ਰਿਹਾ? ਲੋਕ ਤਾਂ ਲੁਕਾਉਂਦੇ ਹੁੰਦੇ ਆ ਕਿ ਸਾਡਾ ਨਸ਼ਾ ਕਰਦਾ। ਤੁਹਾਡੇ ਇੱਥੇ ਸ਼ਰੇਆਮ ਬੋਲਣਾ ਪੈ ਰਿਹਾ ਲੋਕਾਂ ਨੂੰ ਤਾਂ ਕਿ ਸਰਕਾਰ ਤੱਕ ਗੱਲ ਪਹੁੰਚੇ। ਜੀ ਬਹੁਤ ਜ਼ਿਆਦਾ ਸਾਡਾ ਪਿੰਡ ਚੰਗਾ ਸੀ। ਸਾਡੇ ਪਿੰਡ ਦੇ ਭਾਊ ਜੀ ਨਹੀਂ ਬਹੁਤ ਚੰਗੇ ਸੀ। ਉਹਨਾਂ ਨੇ ਇੱਥੇ ਲੰਗਰ ਵੀ ਲਾਉਂਦੇ ਰਹੇ ਸਾਡੇ, ਵੀ ਜਿਹੜਾ ਗਰੀਬਾ ਖਾਵੇ। ਤੇ ਦੂਜੀ ਗੱਲ ਇਹ ਆ, ਜਿਹੜੇ ਪੁਲਿਸ ਵਾਲੇ ਆ ਨਾ, ਇਹ ਬੰਦਾ ਛੱਡ ਦਿੰਦੇ ਜੋ ਖੜ ਕੇ। ਬਹੁਤ ਔਖਾ ਇਹਨਾਂ ਵੀ ਕੀਤਾ ਸਾਨੂੰ, ਬਹੁਤ ਜ਼ਿਆਦਾ ਔਖੇ ਆ। ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਵੀ ਨਹੀਂ ਸਾਨੂੰ ਮਿਲਣੀਆਂ, ਸਭ ਖਾਈ ਜਾਂਦੇ। ਕਣਕ ਜੇ ਉਹ ਵੀ ਨਹੀਂ ਸਾਨੂੰ ਮਿਲਦੀ, ਥੋੜਾ ਬਹੁਤਾ ਦੇਣਗੇ ਉਹਦੇ ਵਿੱਚੋਂ ਕੱਢ ਲੈਂਦੇ ਜੀ। ਹਾਂਜੀ ਕੱਢ ਲੈਂਦੇ। ਹਾਂਜੀ ਉਹਦੇ ਵਿੱਚੋਂ ਕੀ 25 ਕਿਲੋ ਕਣਕ ਦੇ ਵਿੱਚੋਂ ਕੀ ਤੁਸੀਂ ਸਾਨੂੰ ਦੇਣ ਦਾ ਜੀ? 30 ਕਿਲੋ ਕਣਕ ਦੇ 25 ਕਿਲੋ ਦੇਣ ਦੇ ਆ। ਤੇ ਬਾਕੀ ਤੁਸੀਂ ਸਾਡੇ ਪਿੰਡ ਦਾ ਹਾਲ ਵੇਖ ਹੀ ਲਿਆ। ਉਹ ਕੈਪਟਨ ਸਾਹਿਬ ਦੇ ਲਬਾਬੇ ਹੀ ਆ ਜਿਹੜੇ ਰੁਪਈਆਂ ਵਾਲੇ ਸਾਡੇ ਕੋਲ ਚੁੱਕੇ ਨਹੀਂ ਜਾਣ ਡੇ। ਤੇ ਅੱਗੇ ਜੋ ਵੀ ਕੋਈ ਆ ਸਾਰਾ ਤੁਹਾਡੇ ਸਾਹਮਣੇ ਕੋਈ ਨਸ਼ੇੜੀਆਂ ਦਾ ਅੱਡਾ ਬਣਿਆ ਜੋ ਇੱਥੇ ਪੈਣਾ ਬਹੁਤ। ਅਸੀਂ ਤੇ ਦੁਖੀ ਜੋ ਇੱਥੇ ਅੱਗੇ ਤੁਹਾਨੂੰ ਦਾ ਇਹਨੇ ਦੁੱਖ ਦਾ ਤਾਂ ਮਾਂ ਦਾ ਤੁਸੀਂ ਦੁੱਖ ਲਿਆ। ਇਹ ਇੱਕ ਨਹੀਂ ਆ ਵੀ ਪਤਾ ਇੱਥੇ 13-14 ਇੱਕ ਮਹੀਨੇ ਦੇ ਵਿੱਚ ਮੁੰਡੇ ਮਰ ਗਏ ਆ ਨਸ਼ੇ ਕਰਕੇ। ਤੇ ਕੋਈ ਕੀ ਹਾਲਾਤ ਕੀ ਆ? ਇਹ ਆ ਚੀਜ਼ ਇੱਕ ਨਵੀਂ ਜਿਹੜੀ ਨਿਕਲ ਕੇ ਆਈ ਹੈ ਇਸ ਵੇਲੇ। ਤਾਂ ਇੱਕ ਇਸ ਤਰ੍ਹਾਂ ਦਾ ਜਿਹੜਾ ਅਸੀਂ ਸਰਵੇ ਕਰ ਨਿਕਲੇ ਹੋਏ ਆ ਵੀ ਪਿੰਡਾਂ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ, ਕਿੰਨਾ ਕੁ ਨਹੀਂ। ਪਰ ਆ ਚੀਜ਼ ਹੈ, ਸਵਾਲ ਖਤਮ ਹੀ ਨਹੀਂ ਹੋ ਰਿਹਾ ਲੰਬੇ ਸਮੇਂ ਤੋਂ। ਨਹੀਂ ਭੈਣੇ, ਸਵਾਲ ਇਹ ਖਤਮ ਹੋਣ ਵਾਲਾ ਨਹੀਂ ਆ। ਆਪਣੇ ਪੰਜਾਬ ਦਾ ਸ਼ਾਇਦ ਸਾਡੇ ਪਿੰਡ ਦਾ ਦਿਖਾਂਤ ਨਹੀਂ ਆ। ਲੀਡਰ ਆਉਂਦੇ ਆ, ਕਹਿ ਜਾਂਦੇ ਆ, ਪਰ ਜ਼ਮੀਨੀ ਪੱਧਰ ਤੇ ਕੋਈ ਹਕੀਕਤ 'ਚ ਕੰਮ ਨਹੀਂ ਹੋਇਆ ਕਿ ਕੋਈ ਨਸ਼ੇ ਵਾਲੇ ਬੰਦੇ ਨੂੰ ਬੰਦ ਕੀਤਾ ਹੋਵੇ। ਕਿੱਥੋਂ ਆ ਰਹੀ ਸਪਲਾਈ? ਟੀਕੇ ਵਾਲੇ ਇੰਨੇ ਮੁੰਡੇ ਆ ਸਾਡੇ ਪਿੰਡ 'ਚ ਵੀ। ਰੋਜ਼ ਆਸ ਆ ਵੀ ਕੋਈ ਨਾ ਕੋਈ ਰੋਜ਼ ਮਰਦਾ ਹੋਊਗਾ। ਮੈਨੂੰ ਲੱਗਦਾ ਨਹੀਂ ਕੋਈ ਬਚਦਾ ਹੋਊਗਾ। ਤੇ ਪਿੰਡ ਦਾ ਆਪਾਂ ਵਿਕਾਸ ਵੇਖ ਕੇ ਆਏ ਕਿ ਮੈਨੂੰ ਨਹੀਂ ਲੱਗਦਾ ਵੀ ਪਿਛਲੇ 5 ਸਾਲਾਂ 'ਚ ਅਸੀਂ ਕਿਤੇ ਆਪਣੇ ਪਿੰਡ ਦਾ ਸਰਪੰਚ ਵੇਖਿਆ ਇੱਥੇ ਗਲੀਆਂ ਮਹੱਲਿਆਂ 'ਚ ਘੁੰਮਦਾ ਵੀ ਵੋਟਾਂ ਲੈਣ ਆਇਆ ਹਾਂ ਤੇ ਮੈਂ ਕੀ ਕਰਕੇ ਗਿਆ ਤੇ ਕੀ ਨਹੀਂ। ਕਿਉਂਕਿ ਆਪਣਾ ਫਰਜ਼ ਹੈ ਵੇਖਣ ਦਾ ਵੀ ਜੇ ਅਸੀਂ ਅੱਜ ਇਹਨਾਂ ਨੂੰ ਕੁਝ ਕਹਿ ਕੇ ਗਏ ਆ ਵੀ ਅਸੀਂ ਲੀਡਰ ਆਏ ਆ ਜਾਂ ਸਾਡੇ ਪਿੰਡ ਲਈ ਕੋਈ ਵਿਕਾਸ ਲੈ ਕੇ ਆਇਆ, ਪਰ ਕਰਕੇ ਕੀ ਗਿਆ? ਜ਼ਮੀਨੀ ਪੱਧਰ ਤੇ ਕੀ ਕਰਕੇ ਗਿਆ? ਸਾਨੂੰ ਮਿਲਿਆ ਤਾਂ ਨਹੀਂ ਨਾ ਕੁਝ ਵੀ। ਕੋਈ ਜਿੰਨੀਆਂ ਵੀ ਅੱਜ ਆਪਾਂ ਸਹੂਲਤਾਂ ਰਹੇ ਸਾਡੇ ਬਾਦਲ ਸਾਹਿਬ ਵੇਲੇ ਮਿਲੀਆਂ ਵਾ, ਮਤਲਬ ਅੱਜ ਕੋਈ ਨਵੀਂ ਸਹੂਲਤ ਦੱਸਣ ਵੀ ਪਿੰਡ ਨੂੰ ਕੋਈ ਦਿੱਤੀ ਆ ਜਾਂ ਪਿੰਡ ਦਾ ਕੋਈ ਵਿਕਾਸ ਕੀਤਾ ਵਾ, ਇਹ ਦਿਖਾਂਤ ਹੈ ਸਾਡਾ ਬੜਾ ਵੱਡਾ। ਕਿਉਂਕਿ ਡਰ ਆ ਸਾਨੂੰ, ਅਸੀਂ ਬੱਚੇ ਆਉਣ ਵਾਲੇ ਟਾਈਮ ਤੇ ਕਿਉਂ 15-15 16 ਸਾਲ ਦੇ ਬਾਹਰ ਭੇਜਣ ਦੇ ਆ, ਕਿਉਂਕਿ ਇਹ ਦਿਖਾਂਤ ਹੈ ਸਾਡਾ ਬੜਾ ਵੱਡਾ ਕਿ ਇਹ ਟੀਕੇ ਲਾ ਕੇ ਮੰਡੇ ਕੋਈ ਨਸ਼ਾ ਕੋਈ ਹੈ। ਪੁਰਾਣੇ ਸਾਡੇ ਬਜ਼ੁਰਗ ਖਾਂਦੇ ਹੀ, ਸ਼ਰਾਬ ਪੀਂਦੇ, ਫੀਮ ਖਾਂਦੇ, ਭੁੱਕੀ ਖਾਂਦੇ, ਪਰ ਇੱਕ ਜ਼ਹਿਰੀਲਾ ਨਸ਼ਾ ਸਾਨੂੰ ਦੇਤਾ ਵੀ ਜਿਹੜਾ ਅੱਜ ਲਾਉਂਦਾ ਵਾ। ਮੈਨੂੰ ਨਹੀਂ ਲੱਗਦਾ ਵੀ ਸਾਲ 6 ਮਹੀਨੇ ਉਹ ਕੱਢਦਾ ਜ਼ਿਆਦਾ ਟਾਈਮ, ਇੰਨਾ ਕੀ ਟਾਈਮ ਕੱਢਦਾ ਉਹ। ਤੇ ਮਤਲਬ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਸ ਬਾਰੇ। ਠੀਕ ਆ, ਗਲੀਆਂ ਨਾਲੀਆਂ ਤੇ ਸਾਨੂੰ ਸਹੂਲਤਾਂ ਦੇਣਗੇ, 1000 ਰੁਪਈਆ ਜਨਾਨੀਆਂ ਨੂੰ ਵੀ ਦੇ ਦੇਣਗੇ ਵੀ ਘਰ ਦਾ ਖਰਚ ਚਲਾਉਣ ਲਈ, ਪਰ ਜਿਹੜਾ ਮੇਨ ਦਿਖਾਂਤ ਇਹਦਾ ਕੌਣ ਹੱਲ ਕਰ ਸਕਦਾ? ਹਾਲ ਤੇ ਪਰਿਵਾਰ ਨਾਲ ਸੌਂਦੇ ਆ, ਮਰਦਾਂ ਦੇ ਨਾਲ। ਬਿਲਕੁਲ ਮਰਦਾਂ ਦੇ ਨਾਲ ਸੌਂਦੇ ਆ। ਜਿਨ੍ਹਾਂ ਦਾ ਅੱਜ ਪੁੱਤ ਚਲ ਗਿਆ ਘਰੋਂ, ਜਿਹਦਾ ਕੋਈ ਸਿਰ ਤੋਂ ਸਾਈਂ ਚਲ ਗਿਆ, ਉਹ ਮਤਲਬ ਗੁਜ਼ਾਰਾ ਉਹਦਾ ਉਹਨੂੰ ਪਤਾ ਨਾ ਉਹ ਕਿੱਦਾਂ ਕਰਦੀ ਹੋਊਗੀ। ਤੇ ਇਸ ਲਈ ਮਤਲਬ ਸਾਡੇ ਵੱਡੇ ਜਿਹੜੇ ਬੈਠੇ ਆ ਲੀਡਰ ਆ, ਜਾਂ ਸੈਂਟਰ 'ਚ ਬੈਠੇ, ਜਾਂ ਪੰਜਾਬ 'ਚ ਬੈਠੇ, ਜਾਂ ਸਾਡੇ ਪਿੰਡ 'ਚ ਹੀ ਬੈਠੇ ਆ, ਜਿਹੜੇ ਮਤਲਬ ਜਦੋਂ ਬਣ ਜਾਂਦੇ ਆ ਮੁੜ ਕੇ ਵਹਿੰਦੇ ਨਹੀਂ ਆ। ਸਰਪੰਚ ਨੇ, ਲੋਕਾਂ ਨੇ, ਨੌਜਵਾਨ ਮੁੰਡਾ ਇਹ ਬੜੀ ਮਤਲਬ ਚੜ੍ਹਦੀ ਕਲਾ ਨਾਲ ਉਹਨੂੰ ਬਣਾਇਆ ਵੀ ਠੀਕ ਹੈ ਸਾਡੇ ਪਿੰਡ ਦਾ ਕੋਈ ਸੋਚੂਗਾ। ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਆਪ ਹੀ ਵੇਖਿਆ ਹੋਵੇ ਪਿੰਡ 'ਚ ਉਹਨੂੰ ਘੁੰਮਦਾ ਵੀ ਲੋਕਾਂ ਦੀਆਂ ਸੁੱਖ ਸਹੂਲਤਾਂ ਪੁੱਛਦੇ ਆ ਵੀ ਕੋਈ ਕਿਸੇ ਨੂੰ ਲੋੜ ਆ ਜਾਂ ਕੋਈ ਮੇਰੀ ਜ਼ਰੂਰਤ ਆ। ਲੋਕਡਾਊਨ ਵੀ ਰਿਹਾ ਵਾ ਤੇ ਠੀਕ ਆ, ਅਸੀਂ ਇਹ ਨਹੀਂ ਕਵਾਂਗੇ ਅਕਾਲੀ ਦਲ ਵਾਲਿਆਂ ਨੇ ਕੀਤਾ, ਠੀਕ ਹੈ, ਜਿੰਨੇ ਜੋ ਲੋਕ ਹੈਗੇ ਸੀ ਆਪਣੀ ਪਹੁੰਚ ਸਮਰੱਥਾ ਨਾਲ ਲੋਕਾਂ ਨੂੰ ਮਿਲੇ ਆ। ਮੈਂ ਇੱਕ ਵੀਰਾ ਹੋਰ ਹੈ ਉਹਨਾਂ ਨਾਲ ਵੀ ਗੱਲ ਕਰਨਾ ਚਾਹੁੰਦੀ ਹਾਂ। ਵੀਰੇ, ਜਦੋਂ ਵੀ ਹੁਣ ਕਿਸੇ ਨਾਲ ਗੱਲ ਕਰੀਦੀ ਹੈ ਨਾ, ਉਹ ਕਹਿ ਦਿੰਦੇ ਆ ਵੀ ਅਕਾਲੀ ਦਲ ਵੇਲੇ ਬੇਅਦਬੀ ਹੋਈ, ਅਕਾਲੀ ਦਲ ਵਾਲੇ ਕਹਿੰਦੇ ਕਾਂਗਰਸ ਵੇਲੇ ਇੰਨੀਆਂ ਹੋਈਆਂ। ਮਤਲਬ ਇਹ ਕਾਊਂਟਿੰਗ ਕਰਨੀ ਜ਼ਰੂਰੀ ਆ? ਇਹ ਸ਼ਰਮ ਵਾਲੀ ਗੱਲ ਨਹੀਂ ਆ ਵੀ ਇਹ ਵਰਤਾਰਾ ਕਿਵੇਂ ਦਾ ਸ਼ੁਰੂ ਹੋ ਗਿਆ? ਹੁਣ ਦੂਜੀ ਚੀਜ਼ ਆ, ਮਤਲਬ ਪਹਿਲਾਂ ਉਹ ਕਹਿੰਦੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਵੇਲੇ ਦੇਖੋ ਕਿੰਨੇ ਨਸ਼ੇ ਨਾਲ ਮਰੀ ਜਾਂਦੇ ਆ, ਉਹ ਦੂਜੇ ਕਹਿੰਦੇ ਵੀ ਅਸੀਂ ਤਾਂ ਲੱਕ ਤੋੜਤਾ, ਇਹ ਤਾਂ ਐਂ ਹੋ ਗਿਆ। ਇਹ ਸਾਰੀਆਂ ਚੀਜ਼ਾਂ 'ਚ ਆਮ ਲੋਕ ਤੇ ਜਿਹੜੀ ਇੱਕ ਸਿੱਖ ਭਾਵਨਾ ਉਹਨਾਂ ਨਾਲ ਕਿਤੇ ਨਾ ਕਿਤੇ ਖਿਲਵਾੜ ਹੋ ਰਿਹਾ। ਕੀ ਲੱਗਦਾ ਇਹ ਵਰਤਾਰਾ ਕਿੰਨਾ ਕੁ ਗਲਤ ਹੈ? ਭੈਣ ਜੀ, ਇੱਕ ਮੈਂ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ, ਤੁਸੀਂ ਖੁਦ ਪ੍ਰੈਸ ਰਿਪੋਰਟਰ ਜੇ। ਜਦੋਂ ਬਾਦਲ ਸਾਹਿਬ ਦੀ ਸਰਕਾਰ ਰਹੀ ਆ 2007 ਤੋਂ 2017 ਤੱਕ, ਬਾਦਲ ਸਾਹਿਬ ਨੇ ਇਹ ਚੱਪੜ ਚਿੜੀ ਬੰਦਾ ਦੀ ਧਰਤੀ ਬਣਾਈ, ਤੇ ਇਹ ਰਾਮ ਤੀਰਥ ਹਿੰਦੂਆਂ ਦੀ ਯਾਦ ਬਣਾਈ। ਬਾਦਲ ਸਾਹਿਬ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਆ, ਤੇ ਬਾਦਲ ਸਾਹਿਬ ਨੂੰ ਜਿੰਨੀ ਵੀ ਪਾਵਰ ਆ, ਜੋ ਵੀ ਉਹਨਾਂ ਰਾਜ ਹਟਾਇਆ, ਗੁਰੂ ਗ੍ਰੰਥ ਸਾਹਿਬ ਜੀ ਦੀ ਦੇਣ ਨਾਲ ਹਟਾਇਆ। ਤੇ ਉਹ ਖੁਦ ਕਿਉਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣਗੇ? ਇਹ ਬੇਅਦਬੀ ਉਦੋਂ ਹੋਣ ਲੱਗੀ ਆ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੇ ਪੈਰ ਪਾਏ।
ਹਾਂਜੀ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਲੋਕਾਂ ਦੇ ਮਸਲੇ ਕਿੱਥੇ ਆ ਵੀਰੇ? ਲੋਕ ਜਿਵੇਂ ਆ ਮਾਂ ਹੁਣ ਰੋਂਦੀ ਆ, ਤੁਹਾਡੇ ਪਿੰਡ ਦੇ ਵਿੱਚ ਪਤਾ ਨਹੀਂ ਕਿੰਨੇ ਨੌਜਵਾਨ, ਕਿੰਨੇ ਤੁਹਾਡੇ ਬੱਚਿਆਂ ਦੇ ਦੋਸਤ ਹੋਣਗੇ, ਕਿੰਨੇ ਤੁਹਾਡੇ ਦੋਸਤ ਆ ਜਿਹੜੇ ਇਸ ਚੱਕਰ 'ਚ ਚਲੇ ਗਏ ਹੋਣਗੇ। ਇਹ ਮਤਲਬ ਇਹ ਕੋਈ ਅੱਜ ਦੀਆਂ ਤਾਂ ਨਹੀਂ ਮੌਤਾਂ ਹੋ ਰਹੀਆਂ, ਇਹ ਭਾਵੇਂ ਕਾਂਗਰਸ ਦੇ ਸਿਰ ਭਾਂਡਾ ਭੰਨੇ ਜਾਵੇ, ਭਾਵੇਂ ਸ਼੍ਰੋਮਣੀ ਅਕਾਲੀ ਦੇ ਕਿਸੇ ਦੇ ਵੀ ਸਿਰ, ਇਹ ਵਰਤਾਰਾ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਗਲਤ ਆ? ਇਹ ਫ੍ਰੀ ਕਿਰਾਇਆ ਕਰ ਦੇਣਾ ਬੱਸਾਂ ਦਾ, 1000 ਰੁਪਇਆ ਦੇ ਦਾਂਗੇ, ਸਕੂਟਰੀਆਂ ਦੇ ਦਾਂਗੇ, ਇਦੋਂ ਪਹਿਲਾਂ ਹੋਰ ਕਿੰਨੇ ਕੁ ਜ਼ਰੂਰੀ ਮਸਲੇ ਤੁਹਾਨੂੰ ਤੁਹਾਡੇ ਪਿੰਡ? ਵੇਖੋ ਜੀ, ਮੈਂ ਬੇਨਤੀ ਕਰਦਾ ਜੀ, ਬਾਦਲ ਸਰਕਾਰ ਨੇ ਸਮਾਰਟ ਸਕੂਲ ਬਣਾਏ, ਸਾਡੀਆਂ ਭੈਣਾਂ ਨੂੰ ਜਿੰਨਾ ਭੈਣਾਂ ਨੂੰ ਸਕੂਲ ਦੂਰ ਹੀ ਪਿੰਡੋਂ ਉਹਨਾਂ ਨੂੰ ਸਾਈਕਲ ਦਿੱਤੇ, ਤੇ ਬਾਕੀ ਜਿਹੜੀ ਤੁਸੀਂ ਗੱਲ ਨਸ਼ੇ ਦੀ ਕਰਦੇ ਜੇ, ਜਿੱਥੇ ਲੀਡਰ ਝੂਠੀਆਂ ਸੌਹਾਂ ਖਾਣ ਡੇ ਆ ਤਖਤ ਸਾਹਿਬ ਜਾ ਕੇ ਹੱਥ 'ਚ ਗੁਟਕਾ ਸਾਹਿਬ ਫੜ ਕੇ, ਉੱਥੇ ਕੀ ਨਸ਼ਾ ਬੰਦ ਹੋਊਗਾ? ਤੁਹਾਨੂੰ ਲੱਗਦਾ ਕਿ ਬਾਦਲ ਸਾਹਿਬ ਜੇ ਸੱਤਾ 'ਚ ਆ ਜਾਣਗੇ ਉਹ ਨਸ਼ਾ ਬੰਦ ਕਰਨਗੇ, ਤੇ ਪਹਿਲਾਂ ਕਿਉਂ ਨਹੀਂ ਕੀਤਾ ਉਹਨਾਂ ਨੇ? ਬਿਲਕੁਲ ਕਰਨਗੇ ਜੀ ਬਾਦਲ ਸਾਹਿਬ। ਬਾਦਲ ਸਾਹਿਬ ਹਮੇਸ਼ਾ ਪੰਜਾਬ ਦੀ ਜਵਾਨੀ ਲਈ, ਕਿਸਾਨੀ ਲਈ ਤੇ ਗਰੀਬ ਲਈ ਤੁਰਦੇ ਰਹੇ ਆ। ਪਰ ਬਾਈ ਜੀ ਇਹ ਪਹਿਲਾਂ ਵੀ ਕਿਉਂ ਨਹੀਂ ਬੰਦ ਕੀਤਾ, ਜਾਂ ਜਿੱਥੇ ਜਿੱਥੇ ਉਹਨਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਸੀ? ਇਲਾਕੇ ਦੇ ਨਾਲ ਕਾਫੀ ਰਾਬਤਾ ਹੈਗਾ, ਮਜੀਠੀਆ ਸਾਹਿਬ ਦਾ ਵੀ ਕਾਫੀ ਆ, ਕਿਉਂ ਇੱਥੇ ਇਹਨਾਂ ਚੀਜ਼ਾਂ? ਕਿਉਂਕਿ ਮਾਵਾਂ ਦੀ ਚੀਜ਼ ਇਹ ਜੀ ਜਿਉਂ ਨਸ਼ਾ ਆਇਆ ਕਾਂਗਰਸ ਵੇਲੇ ਹੀ ਵਧਿਆ ਵਾ, ਸ਼੍ਰੋਮਣੀ ਅਕਾਲੀ ਦਲ ਵੇਲੇ ਇੰਨਾ ਨਸ਼ਾ ਨਹੀਂ ਸੀ। ਇਹ ਜਿੰਨੀ ਵੀ ਦੇਣ ਆ ਸਾਨੂੰ ਕਾਂਗਰਸ ਪਾਰਟੀ ਦੀ ਨਸ਼ੇ ਦੀ ਦੇਣ ਆ ਜੀ। ਝੂਠੀਆਂ ਸੌਹਾਂ ਖਾ ਕੇ ਮੁੱਕਰ ਜਾਣਾ, ਸਮਾਰਟ ਫੋਨਾਂ ਦੇ ਵਾਅਦੇ 1500 ਤੋਂ 2500 ਪੈਨਸ਼ਨ ਦਾ ਵਾਅਦਾ, 35000 ਤੋਂ 51000 ਸਗਨ ਸਕੀਮ ਦਾ ਵਾਅਦਾ, ਸਭ ਫੇਲ ਹੈ ਸਰਕਾਰ ਕਾਂਗਰਸ ਦੀ। ਸੋ ਇਹ ਇੱਕ ਹਕੀਕਤ ਹੈ ਕਿ ਕਦੀ ਕਿਸੇ ਪਾਰਟੀ ਦਾ ਦੋਸ਼ ਕਿਸੇ ਸਿਰ ਮੜਿਆ ਜਾਂਦਾ, ਕਦੀ ਕਿਸੇ ਦਾ ਕਿਸੇ ਸਿਰ ਮੜਿਆ ਜਾਂਦਾ। ਵਿਕਾਸ ਕਰਨਾ ਹਰ ਪਾਰਟੀ ਦਾ ਫਰਜ਼ ਹੈ, ਕਿਉਂਕਿ ਲੋਕਾਂ ਦਾ ਟੈਕਸ ਤੁਸੀਂ ਲੈਂਦੇ ਹੋ, ਕਿਉਂਕਿ ਲੋਕਾਂ ਨੇ ਤੁਹਾਨੂੰ ਚੁਣ ਕੇ ਤਖਤ ਦੇ ਉੱਤੇ ਬਿਠਾਇਆ ਹੁੰਦਾ, ਤੇ ਇਹਨੇ ਜਿਹੜੇ ਐਸ਼ੋ ਆਰਾਮ ਭੋਗਦੇ ਹੋ ਤੁਸੀਂ ਲੋਕਾਂ ਦੇ ਸਿਰ ਤੇ ਭੋਗਦੇ ਹੋ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ, ਇਹਨਾਂ ਸਾਰੇ ਸਵਾਲਾਂ ਦੇ ਉੱਤੇ ਸਭ ਤੋਂ ਵੱਡਾ ਸਵਾਲ ਇਹਨਾਂ ਮਾਵਾਂ ਦੇ ਚਿਹਰੇ ਆ, ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਇੱਕੋ ਹੀ ਬੇਬਸੀ ਆ ਕਿ ਹੁਣ ਉਹਨਾਂ ਨੇ ਵਿਕਾਸ ਮੰਗਣਾ ਵੀ ਬੰਦ ਕਰ ਦਿੱਤਾ, ਹੁਣ ਉਹਨਾਂ ਨੇ ਸਹੂਲਤਾਂ ਮੰਗਣੀਆਂ ਵੀ ਬੰਦ ਕਰਤੀ। ਉਹਨਾਂ ਦਾ ਸਿਰਫ ਇੱਕੋ ਹੀ ਕਹਿਣਾ ਹੈ ਕਿ ਸਾਨੂੰ ਚਾਹੇ ਕੁਝ ਨਾ ਦਿਓ, ਪਰ ਐਟਲੀਸਟ ਇਹ ਨਸ਼ੇ ਤੋਂ ਨਿਜਾਤ ਦਿਵਾ ਦਿਓ, ਸਾਡੇ ਬੱਚੇ ਤੰਦਰੁਸਤ ਰਹਿਣ, ਜਿਉਂਦੇ ਜਾਗਦੇ ਸਾਡੀਆਂ ਅੱਖਾਂ ਦੇ ਸਾਹਮਣੇ ਰਹਿਣ, ਤੇ ਉਹ ਕਮਾ ਕੇ ਆਪਣੇ ਘਰਾਂ 'ਚ 10 ਨੌਹਾਂ ਦੀ ਕਮਾਈ ਲੈ ਕੇ ਆਉਣ, ਸਾਡੇ ਲਈ ਉਹੀ ਕਾਫੀ ਆ। ਸੋ ਇਹ ਕਹਿ ਸਕਦੇ ਹਾਂ ਕਿ ਇੱਕ ਕਿਤੇ ਨਾ ਕਿਤੇ ਸ਼ਰਮ ਦੀ ਗੱਲ ਆ ਸਾਡੇ ਸਮੇਂ-ਸਮੇਂ ਦੇ ਉੱਤੇ ਸੱਤਾ ਦੇ ਉੱਤੇ ਕਾਬਜ਼ ਰਹਿੰਦੇ ਹੋਏ ਲੀਡਰਾਂ ਦੇ ਲਈ, ਕਿ ਤੁਸੀਂ ਚਾਹ ਕੇ ਵੀ ਇਹਨਾਂ ਚੀਜ਼ਾਂ ਨੂੰ ਖਤਮ ਨਹੀਂ ਕਰ ਸਕੇ, ਔਰ ਹੋਰ ਹੀ ਲਾਰਿਆਂ, ਹੋਰ ਹੀ ਚੀਜ਼ਾਂ ਦੇ ਵਾਅਦਿਆਂ ਦੇ ਵਿੱਚ ਇਹਨਾਂ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹੋ। ਪਰ ਯਾਦ ਰੱਖੋ ਕਿ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ, ਇਹਨਾਂ ਦੇ ਸਾਰੇ ਦੀਆਂ ਸਾਰੀਆਂ ਸਹੂਲਤਾਂ, ਸਾਰੇ ਦੇ ਸਾਰੇ ਸਵਾਲ ਖਤਮ ਹੋ ਜਾਂਦੇ ਆ ਇਹਨਾਂ ਦੇ ਇੱਕ ਸਵਾਲ ਦੇ ਮੂਹਰੇ, ਕਿ ਸਾਡੇ ਬੱਚੇ ਜਿਹੜਾ ਚੀਜ਼ਾਂ ਦੀ ਭੇਟ ਚੜ ਰਹੇ ਨੇ, ਉਸ ਨਸ਼ੇ ਨੂੰ ਤੁਸੀਂ ਕਦੋਂ ਬੰਦ ਕਰ ਰਹੇ ਹੋ। ਸੋ ਸੱਤ ਪੰਜਾਬ ਦੇ ਵਿੱਚ ਇਹ ਨਹੀਂ, ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਅਗਲੇ ਪਿੰਡ ਦੇ ਵਿੱਚ ਮਿਲਦੇ ਆ। ਤਦ ਤੱਕ ਦੇ ਦਿਓ ਇਜਾਜ਼ਤ, ਸ਼ੁਕਰੀਆ।